हमें और ढंग भी आते हैं आपको यहाँ बुलाने के लिए, या हम खुद ले आएंगे। फिर जदों ਇਹ ਗੱਲ ਤੇ ਆਇਆ ਤਾਂ मैं उन्होंने कहा जी फिर तुसी खुद ही ले जाओ। फिर कहता भी हमारे पास इस स्टेटमेंट्स हैं आपके आगुओं की, ये बोल रहे हैं भी दीप सिद्धू का तो यहाँ कोई काम ही नहीं है, वो कोई और मंसूबे लेके यहाँ बैठा है। ਦਿੱਲੀ 'ਚ ਚੱਲ ਰਿਹਾ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਅਜਿਹੇ 'ਚ NIA ਵੱਲੋਂ ਲਗਾਤਾਰ ਪੰਜਾਬ 'ਚ ਸੰਮਣ ਭੇਜੇ ਜਾ ਰਹੇ ਨੇ। ਉੱਥੇ ਹੀ ਕਿਸਾਨ ਅੰਦੋਲਨ 'ਚ ਡਟੇ ਅਦਾਕਾਰ ਦੀਪ ਸਿੱਧੂ ਨੂੰ NIA ਵੱਲੋਂ ਸੰਮਣ ਜਾਰੀ ਕੀਤੇ ਗਏ ਨੇ ਤੇ ਉਹਨਾਂ ਨੂੰ ਪੁੱਛਗਿੱਛ ਲਈ 17 ਜਨਵਰੀ ਨੂੰ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਦੀਪ ਸਿੱਧੂ 17 ਜਨਵਰੀ ਨੂੰ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ। ਜਿਸ ਤੋਂ ਬਾਅਦ ਦੀਪ ਸਿੱਧੂ ਨੇ ਲਾਈਵ ਹੋ ਕੇ ਦੱਸਿਆ ਹੈ ਕਿ NIA ਦੇ ਇੰਸਪੈਕਟਰ ਵੱਲੋਂ ਉਸ ਨੂੰ ਫੋਨ ਕਾਲ ਕਰਕੇ ਘਟੀਆ ਸ਼ਬਦਾਵਲੀ ਵਰਤੀ ਗਈ ਹੈ। ਦੀਪ ਸਿੱਧੂ ਨੇ ਇਲਜ਼ਾਮ ਲਾਇਆ ਕਿ ਕਿਸਾਨੀ ਮੋਰਚੇ ਨੂੰ ਠੰਡਾ ਕਰਨ ਲਈ ਸਰਕਾਰਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਨਵੀਂ ਚਾਲ ਚੱਲੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਪਾਸੋਂ ਪੱਛੋਂ ਚੱਲ ਰਹੀ ਆ ਤੇ ਇੱਕ ਪਾਸੇ ਧੂਆਂ ਆ ਰਿਹਾ। ਸੋ ਬੈਠੇ ਆ ਧਰਨੇ 'ਚ, ਚੜ੍ਹਦੀ ਕਲਾ 'ਚ, ਪਰ ਦੋ ਚਾਰ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਸੀ ਸੰਗਤ ਨਾਲ, ਜੋ ਅੱਜ ਮੇਰੇ ਨਾਲ ਵਾਪਰਿਆ। ਅੱਜ ਮੈਨੂੰ ਜਿਹੜਾ ਸਾਹਮਣ ਆਏ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ, ਉਹਦੀ ਤਰੀਕ ਸੀ ਤੇ ਮੈਨੂੰ 17 ਤਰੀਕ ਨੂੰ ਉਹਨਾਂ ਨੇ ਬੁਲਾਇਆ ਸੀ, ਮੈਂ ਨਹੀਂ ਗਿਆ। ਫਿਰ ਉਹਨਾਂ ਦੇ ਕਿਸੇ ਇੰਸਪੈਕਟਰ ਦਾ ਫੋਨ ਆਇਆ ਤੇ ਇੰਸਪੈਕਟਰ ਬੜਾ ਪੁੱਠਾ ਬੋਲਿਆ। ਸੋ ਮੈਨੂੰ ਕਹਿੰਦਾ ਵੀ ਤੁਹਾਨੂੰ ਅੱਜ ਸਾਹਮਣ ਭੇਜੇ ਸੀ ਤੇ ਤੁਸੀਂ ਆਏ ਕਿਉਂ ਨਹੀਂ। ਤੇ ਮੈਂ ਉਹਨੂੰ ਕਿਹਾ ਜੀ ਮੈਨੂੰ ਟਾਈਮ ਹੀ ਨਹੀਂ ਦਿੱਤਾ ਤੁਸੀਂ, ਅਸੀਂ ਧਰਨੇ 'ਚ ਬੈਠੇ ਆ, ਮੋਰਚੇ 'ਚ ਬੈਠੇ ਆ ਇੱਥੇ। 16 ਤਰੀਕ ਨੂੰ ਤੁਸੀਂ WhatsApp ਤੇ ਸਾਹਮਣ ਭੇਜਦੇ ਹੋ ਤੇ 17 ਤਰੀਕ ਨੂੰ ਕਹਿੰਦੇ ਹੋ ਵੀ ਤੁਹਾਡੇ ਕੋਲੇ ਆ ਕੇ ਹਾਜ਼ਰੀ ਭਰਾਂ, ਤੇ ਮੈਂ ਤੁਹਾਡਾ ਬੰਨਿਆ ਤਾਂ ਨਹੀਂ ਆ। ਸਾਡੀ ਆਪਦੀ ਜ਼ਿੰਦਗੀ ਹੁੰਦੀ ਆ, ਕੋਈ ਮਸਰੂਫੀਅਤ ਹੁੰਦੀ ਆ, ਆਪਦੇ ਕੰਮਾਂ 'ਚ ਬਿਜ਼ੀ ਆ ਅਸੀਂ। ਪਰ ਐਨੀਵੇਜ਼ ਉਹ ਮੁੜ ਕੇ ਪੁੱਠਾ ਬੋਲਣਾ ਸ਼ੁਰੂ ਹੋ ਗਿਆ। ਕਹਿੰਦਾ ਕੋਈ ਨਹੀਂ, फिर हमें और ढंग भी आते हैं आपको यहाँ बुलाने के लिए, या हम खुद ले आएंगे। फिर जदों ਇਹ ਗੱਲ ਤੇ ਆਇਆ ਤਾਂ मैं उन्होंने कहा जी फिर तुसी खुद ही ले जाओ। पर एनीवेज वो कहते आप वहाँ कर क्या रहे हो, क्योंकि आपके जो जथेबंदियों के आगू हैं उनकी स्टेटमेंट है भी आप तो उनका पार्ट ही नहीं हो, आपको तो स्टेज पे भी नहीं बोलने दे रहे हैं। मतलब ये गल उन्हें कही मैनू। हुण ये गल थोड़ी जी साडे लई विचारनयोग आ। फिर कहता भी हमारे पास इस स्टेटमेंट्स हैं आपके आगुओं की, ये बोल रहे हैं भी दीप सिद्धू का तो यहाँ कोई काम ही नहीं है, वो कोई और मंसूबे लेके यहाँ बैठा है। सो आप क्यों बैठे हो यहाँ। ये ਜਿਹੜੀਆਂ ਸਾਰੀਆਂ ਗੱਲਾਂ ਮੇਰੇ ਨਾਲ ਹੋਈਆਂ ਨਾ, ਸੋ ਇਸ ਕਰਕੇ ਕਰਨੀਆਂ ਬੜੀਆਂ ਜ਼ਰੂਰੀ ਸੀ। ਸਰਕਾਰ ਇਹ ਗੱਲ ਕਹਿ ਰਹੀ ਆ ਵੀ ਜਥੇਬੰਦੀਆਂ ਦੇ ਆਗੂ ਮੈਨੂੰ ਡਿਸਓਨ ਕਰ ਰਹੇ ਆ, ਉਹ ਕਹਿ ਰਹੇ ਆ ਮੈਂ ਉਹਨਾਂ ਦਾ ਪਾਰਟ ਹੀ ਨਹੀਂ ਆ। ਹੁਣ ਸਰਕਾਰ ਤਾਂ ਆਪਦੀਆਂ ਚਾਲਾਂ ਚੱਲ ਰਹੀ ਆ। ਸਰਕਾਰ ਚਾਹੁੰਦੀ ਆ ਵੀ ਅਸੀਂ ਆਪਸ 'ਚ ਟੁੱਟੀਏ, ਸਰਕਾਰ ਚਾਹੁੰਦੀ ਆ ਵੀ ਅਸੀਂ ਇੱਥੇ ਜਿਹੜਾ ਸਾਡਾ ਇੱਕ ਆ ਉਹ ਟੁੱਟੇ, ਔਰ ਉਹਨਾਂ ਨੇ ਆਪਦੀਆਂ ਇਹੀ ਚੱਲਣ ਲਈ ਸਾਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸਾਹਮਣ ਭੇਜੇ ਵੀ 15 ਤਰੀਕ ਦੀ FIR ਕੋਈ ਲਾਂਚ ਹੋਈ ਆ, 15 ਤਰੀਕ ਦੀ FIR ਦਰਜ ਹੋਈ ਆ। ਉਸ 15 ਤਰੀਕ ਤੋਂ ਪਹਿਲਾਂ 26 ਨਵੰਬਰ ਤੋਂ ਅਸੀਂ ਇੱਥੇ ਬੈਠੇ ਹਾਂ ਵੀ ਅਸੀਂ ਕਿਹੜੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋ ਜਾਾਂਗੇ। ਤੁਸੀਂ ਇਹ ਦੇਖੋ, ਅੱਜ ਤੱਕ ਜੋ ਅਸੀਂ ਗੱਲ ਕੀਤੀ ਆ ਸਿਰਫ ਸ਼ਬਦਾਂ ਦੀ ਗੱਲ ਹੀ ਕੀਤੀ ਆ ਨਾ, ਅਸੀਂ ਆਪਦੀ ਆਵਾਜ਼ ਹੀ ਬੁਲੰਦ ਕੀਤੀ ਆ ਆਪਦੇ ਹੱਕ ਲੈਣ ਖਾਤਰ। ਸੋ ਅੱਜ ਸਰਕਾਰ ਨੇ ਮੈਨੂੰ ਇਹ ਗੱਲ ਕਹੀ ਵੀ ਜਥੇਬੰਦੀਆਂ ਦੇ ਆਗੂ ਸਾਨੂੰ ਇਹ ਕਹਿ ਰਹੇ ਆ ਵੀ ਦੀਪ ਸਿੱਧੂ ਤਾਂ ਉਹਨਾਂ ਦਾ ਪਾਰਟ ਹੀ ਨਹੀਂ ਆ, ਅਸੀਂ ਤਾਂ ਉਹਨੂੰ ਸਟੇਜ ਤੋਂ ਵੀ ਨਹੀਂ ਬੋਲਣ ਦਿੰਦੇ, ਉਹ ਇੱਥੇ ਹੋਰ ਮਨਸੂਬੇ ਆਪਦੇ ਪੂਰੇ ਕਰ ਰਿਹਾ। ਸੋ ਸਰਕਾਰ ਇੱਥੋਂ ਤੱਕ ਆ ਗਈ ਸਾਡੇ ਵਿਰੁੱਧ। ਹੁਣ ਮੈਂ ਇੱਕ ਗੱਲ ਪਹਿਲਾਂ ਤਾਂ ਇਹ ਕਹਿਣਾ ਚਾਹਣਾ ਵੀ ਇਹੀ ਗੱਲਾਂ ਇਧਰੋਂ ਧੂਆਂ ਬਹੁਤ ਆ ਰਿਹਾ, ਇਹੀ ਗੱਲਾਂ ਸਰਕਾਰ ਦੀਆਂ ਹੋਰ ਬੰਦਿਆਂ ਤਾਈਂ ਵੀ ਜਾਣਗੀਆਂ ਤੇ ਤੁਸੀਂ ਉਹਨਾਂ ਦੀਆਂ ਗੱਲਾਂ 'ਚ ਨਾ ਆਓ। ਉਹਨਾਂ ਦੀਆਂ ਗੱਲਾਂ 'ਚ ਜਾਂ ਉਸ ਗੱਲ ਨੂੰ ਜੋ ਧਿਰ ਕਹਿ ਰਹੀ ਆ ਸੱਚ ਮੰਨ ਕੇ ਇੱਥੇ ਆਪਾਂ ਕੋਈ ਪਾੜਾ ਨਹੀਂ ਪਾਉਣਾ। ਆਪਸ 'ਚ ਆਪਾਂ ਇੱਕ ਹੀ ਰਹਿਣਾ ਤੇ ਇਸ ਏਕੇ ਨੂੰ ਬਣਾਏ ਰੱਖਣਾ।
ਅਦਾਕਾਰ ਦੀਪ ਸਿੱਧੂ ਨੇ ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ ਮੋਰਚੇ 'ਚ ਡਟੇ ਵਿਅਕਤੀਆਂ ਦੇ ਆਪਸੀ ਵਿਚਾਰਾਂ ਦੀ ਮਤਭੇਦ ਹੋ ਸਕਦੀ ਹੈ, ਜਿਸ ਨੂੰ ਇੱਕ ਜਗ੍ਹਾ ਬੈਠ ਕੇ ਨਜਿੱਠਿਆ ਜਾ ਸਕਦਾ ਹੈ। ਇਸ ਦੌਰਾਨ ਦੀਪ ਸਿੱਧੂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਨਾਲ NIA ਵੱਲੋਂ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪਰ ਅਗਲੀ ਗੱਲ ਜਿਹੜੀ ਬਹੁਤ ਜ਼ਰੂਰਤ ਆ ਸਾਨੂੰ ਕਰਨ ਦੀ ਤੇ ਸਾਡੇ ਆਗੂ ਸਹਿਬਾਨਾਂ ਨਾਲ ਇਹ ਗੱਲ ਕਰਨ ਦੀ ਵੀ ਮੈਂ ਤੁਹਾਨੂੰ ਇੱਕ ਫੇਰ ਇਹ ਗੱਲ ਕਹਿਣੀ ਚਾਹਣਾ, ਸਾਡੇ ਸਿਧਾਂਤਕ ਵਖਰੇਵੇਂ ਹੋ ਸਕਦੇ ਆ। ਤੁਸੀਂ ਸਮੇਂ-ਸਮੇਂ ਤੋਂ ਪਬਲਿਕਲੀ ਇਹ ਗੱਲ ਕਹੀ ਵੀ ਦੀਪ ਸਿੱਧੂ RSS ਦਾ ਬੰਦਾ, ਦੀਪ ਸਿੱਧੂ BJP ਦਾ ਬੰਦਾ। ਇਹ ਗੱਲ ਕਹਿਣੀ ਬੜੀ ਸੌਖੀ ਹੁੰਦੀ ਆ ਕਿਉਂਕਿ ਇਹ ਬੜਾ ਸੌਖਾ ਜਿਹਾ ਕੰਮ ਆ। ਉਸ ਵੇਲੇ ਜਦੋਂ ਸਿਧਾਂਤਕ ਵਖਰੇਵੇਂ ਹੋਣ ਤੇ ਅਸੀਂ ਉਹਨਾਂ ਸਿਧਾਂਤਕ ਵਖਰੇਵਿਆਂ ਨੂੰ ਨਜਿੱਠਣਾ ਨਾ ਹੋਵੇ, ਬਿਨਾਂ ਨਜਿੱਠਣ ਦੀ ਵਜ੍ਹਾ ਜਾਂ ਉਹਦੇ ਜਗ੍ਹਾ ਨਜਿੱਠਣ ਦੀ ਜਗ੍ਹਾ ਅਸੀਂ ਇਹ ਗੱਲ ਕਹਿ ਦਈਏ ਵੀ ਫਲਾਨਾ ਬੰਦਾ ਤਾਂ ਦੁਸ਼ਮਣ ਦਾ ਬੰਦਾ। ਔਰ ਇਹ ਪੁਰਾਣੇ ਸਮਿਆਂ 'ਚ ਇਹੀ ਗੱਲਾਂ ਅਸੀਂ ਕਰਦੇ ਆਏ ਆ, ਪਰ ਹੁਣ ਨਾ ਕਰੀਏ। ਹੁਣ ਅਸੀਂ ਇਕੱਠੇ ਰਹੀਏ। ਇਹੀ ਗੱਲਾਂ ਕਰਕੇ ਪਹਿਲਾਂ ਜਿਹੜੀਆਂ ਸਾਡੇ ਜਿੰਨੇ ਮੋਰਚੇ ਲੱਗੇ ਆ, ਉੱਥੇ ਜਦੋਂ ਸਿਧਾਂਤਕ ਵਖਰੇਵੇਂ ਕਿੱਥੇ ਸ਼ੁਰੂ ਹੁੰਦੇ ਆ ਤੇ ਆਮ ਤੌਰ ਤੇ ਜਿਹੜੀ ਧਿਰ ਲੀਡ ਕਰ ਰਹੀ ਹੁੰਦੀ ਆ ਉਹ ਦੂਜੇ ਨੂੰ ਇਹੀ ਕਹਿ ਦਿੰਦੀ ਆ ਵੀ ਇਹ ਤਾਂ ਦੁਸ਼ਮਣ ਦਾ ਬੰਦਾ ਜਾਂ ਇਹ ਤਾਂ ਦੋ ਫਾੜ ਕਰ ਰਿਹਾ। ਸੋ ਇੱਥੇ ਇਹੋ ਜੀ ਗੱਲ ਆਪਾਂ ਨਹੀਂ ਲੈ ਕੇ ਆਉਣੀ। ਇਹ ਸਾਨੂੰ ਆਪਸ 'ਚ ਵੀ ਸਾਨੂੰ ਸਮਝਣ ਦੀ ਜ਼ਰੂਰਤ ਆ ਤੇ ਸਾਨੂੰ ਇਹ ਗੱਲ ਵੀ ਸਮਝਣ ਦੀ ਜ਼ਰੂਰਤ ਆ ਵੀ ਇਹੀ ਗੱਲ ਦਾ ਫਾਇਦਾ ਸਰਕਾਰ ਚੱਕੂਗੀ। ਇਹੀ ਗੱਲ ਦਾ ਫਾਇਦਾ ਸਰਕਾਰ ਚੱਕ ਕੇ ਸਾਡੇ ਨਾਲ ਬਾਰ-ਬਾਰ ਕਰੂਗੀ। ਅੱਜ ਮੈਨੂੰ ਵੀ ਗੱਲ ਇਹ ਤਾਂ ਦੱਸੀ ਗਈ ਆ। ਦੇਖੋ, ਦੂਜਾ ਮੇਰਾ ਰਿਐਕਸ਼ਨ ਵੀ ਹੋ ਸਕਦਾ ਸੀ ਵੀ ਮੈਂ ਆਪਦਾ ਅਟੈਕ ਸ਼ੁਰੂ ਕਰ ਦਿੰਦਾ ਵੀ ਮੇਰੇ ਆਗੂ ਤਾਂ ਇਹ ਗੱਲ ਕਹਿ ਰਹੇ ਆ ਵੀ ਮੈਂ ਤਾਂ ਉਹਨਾਂ ਦਾ ਪਾਰਟ ਹੀ ਨਹੀਂ ਆ, ਤਾਂ ਮੈਂ ਇੱਥੇ ਕੀ ਕਰੀ ਜਾਂਦਾ। ਸੋ ਇੱਥੇ ਸਾਨੂੰ ਸੁਹਿਰਦਤਾ ਨਾਲ ਗੱਲਾਂ ਨੂੰ ਸਮਝਣਾ ਪਊਗਾ, ਉਨੀ ਸੁਹਿਰਦਤਾ ਨਾਲ ਉਹਨਾਂ ਗੱਲਾਂ ਨਾਲ ਡੀਲ ਕਰਨਾ ਪਊਗਾ। ਔਰ ਜੇ NIA ਨੂੰ ਅਸੀਂ ਚੈਲੰਜ ਕਰਦੇ ਆ, ਮੈਂ ਦੁਬਾਰਾ ਚੈਲੰਜ ਕਰਦਾ। ਮੈਂ ਉਹਨਾਂ ਨੂੰ ਅੱਜ ਵੀ ਕਿਹਾ ਸੀ, ਮੈਂ ਅੱਜ ਉਹਨਾਂ ਨੂੰ ਕਿਹਾ ਸੀ ਵੀ ਜੇ ਮੇਰੇ ਖਿਲਾਫ ਜਿਹੜੀਆਂ ਐਲੀਗੇਸ਼ਨਸ ਆ ਨਾ, ਜੇ ਕੋਈ ਆਧਾਰ ਆ ਉਹਦਾ ਤਾਂ ਉਹਨੂੰ ਜਨਤਕ ਕਰੋ। ਤੁਸੀਂ ਮੈਂ ਉਹਨੂੰ ਕਿਹਾ ਪਬਲਿਕਲੀ ਉਹਨੂੰ ਲੈ ਕੇ ਸਾਹਮਣੇ ਆਓ ਨਾ। ਫਿਰ ਤੁਸੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੋ, ਮੈਂ ਤੁਹਾਡੀ ਇਨਵੈਸਟੀਗੇਸ਼ਨ ਤੋਂ ਤਾਂ ਭੱਜ ਹੀ ਨਹੀਂ ਰਿਹਾ। ਔਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ, ਹੁਣ ਤੁਸੀਂ ਉਹਨੂੰ ਪਬਲਿਕਲੀ ਲੈ ਕੇ ਸਾਹਮਣੇ ਆਓ ਜਾਂ ਉਹਨੂੰ ਤੁਸੀਂ ਰਿਟਨ 'ਚ ਮੇਰੇ ਕੋਲੇ ਕੋਈ ਭੇਜੋ ਆਧਾਰ ਆ ਤਾਂ, ਤੇ ਮੈਂ ਉਹਦੀ ਰਿਪਲਾਈ ਬਣਾ ਕੇ ਭੇਜੂੰਗਾ। ਤੁਸੀਂ ਐਂ ਮੈਨੂੰ ਕਹੋਗੇ ਵੀ ਆ ਜਾ ਦਿੱਲੀ ਤੇ 17 ਤਰੀਕ ਨੂੰ ਤੂੰ ਆਇਆ ਨਹੀਂ ਤਾਂ ਤੈਨੂੰ ਚੱਕ ਲਾਂਗੇ। ਹੁਣ ਐਂ ਕਰੋ, ਤੁਸੀਂ ਚੱਕ ਕੇ ਹੀ ਦਿਖਾ ਦਿਓ, ਫਿਰ ਤਾਂ ਲੜਾਈ ਆਪਾਂ ਸਿੰਘ ਫਸਾਲੇ ਆ, ਫਿਰ ਸਿੱਧਾ ਹੀ ਚੱਲਣ ਦਿਓ। ਸੋ ਇਹੀ ਗੱਲ ਹੋਰ ਵੀ ਜਿਹੜੇ ਕੁਝ ਬੰਦੇ ਸਾਡੇ ਪੇਸ਼ ਵੀ ਹੋਏ ਆ ਅੱਜ, ਤੇ ਉਹ ਮੈਨੂੰ ਇਹ ਪਤਾ ਲੱਗਿਆ ਵੀ ਉਹਨਾਂ ਨੂੰ 2-3 ਘੰਟੇ ਗ੍ਰਿਲ ਕਰਦੇ ਆ, ਬੜਾ ਕਨਫਿਊਜ਼ ਕਰਦੇ ਆ, ਔਰ ਉਦੋਂ ਬਾਅਦ ਉਹਨਾਂ ਨੂੰ ਡਰਾਉਂਦੇ ਆ ਵੀ ਇਸ ਐਜੀਟੇਸ਼ਨ ਦਾ ਤੁਸੀਂ ਪਾਰਟ ਨਾ ਬਣੋ। ਹੁਣ ਮਿੱਤਰੋ ਗੱਲ ਆਏ ਆ ਵੀ ਲਕੀਰ ਖਿੱਚੀ ਗਈ, ਲਕੀਰ ਜਾਂ ਟੱਪਣੀ ਪੈਣੀ ਆ। ਜੇ ਟੱਪਾਂਗੇ ਤਾਂ ਬਚਾਂਗੇ, ਜੇ ਲਕੀਰ ਦੇ ਪਿੱਛੇ ਖੜੇ ਰਹਾਂਗੇ ਫਿਰ ਪੰਜਾਬ ਹੀ ਬਹਿ ਜਾਂਦੇ। ਸੋ ਇਸ ਕਰਕੇ ਅੱਜ ਜੋ ਮੌਕਾ ਬਣ ਗਿਆ ਨਾ, ਹੁਣ ਮੌਕਾ ਬਣ ਗਿਆ, ਸਾਡੇ ਤੇ ਬੜੀਆਂ ਸਾਜ਼ਿਸ਼ਾਂ ਹੋਣਗੀਆਂ, ਬੜੇ ਹੋਰ ਜੋ ਇਹਨਾਂ ਦੇ ਪੈਂਤੜੇ ਆ, ਪੁਰਾਣੇ ਪੈਂਤੜੇ ਆ, ਉਸ ਢੰਗ ਨਾਲ ਸਾਡੇ ਤੇ ਵਾਰ ਵੀ ਹੋਣਗੇ। ਅਸੀਂ ਉਹਨਾਂ ਸਾਜ਼ਿਸ਼ਾਂ ਨੂੰ ਜਾਂ ਉਸ ਢੰਗ ਜੋ ਪੈਂਤੜਿਆਂ ਨੂੰ ਇਹਨਾਂ ਨਾਲ ਵੀ ਨਜਿੱਠਣਾ ਪਊਗਾ। ਨਜਿੱਠਣਾ ਤਾਂ ਇੱਕ ਵਾਰੀ ਪਊਗਾ ਤੇ ਨਜਿੱਠ ਤਾਂ ਹੀ ਸਕਦੇ ਆ ਜੇ ਅਸੀਂ ਇਕੱਠੇ ਰਹੀਏ ਤਾਂ। ਸੋ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ, ਬਾਕੀ ਧੂਆਂ ਬੜਾ ਆਈ ਜਾਂਦਾ ਇੱਧਰੋਂ ਤੇ ਤਾਂ ਹੀ ਖੜੇ ਹਾਂ ਅੱਜ। ਮਾਤਾ ਇੱਥੇ ਨਾਲ ਖੜੇ ਆ ਮੇਰੇ, ਇੱਧਰ ਨੂੰ ਮਾੜਾ ਜਿਹਾ ਕਰੀ ਤੇ ਧੂਆਂ ਹੀ ਕਵਰ ਕਰੀ ਜਾਂਦੇ ਆ। ਤੇ ਹੁਣੇ ਰੋਟੀਆਂ ਬਣਾ ਕੇ ਹਟੇ ਸੀ ਤੇ ਦੇਖੋ ਤੁਸੀਂ ਜੋ ਹਿਸਾਬ ਦਾ ਜਜ਼ਬਾ ਇੱਥੇ ਸਾਡੀ ਸਾਰੇ ਬਾਕੀ ਫੌਜਾਂ ਖੜੀਆਂ, ਤੇ ਇਹ ਬਾਕਮਾਲ ਆ। ਪ੍ਰਮਾਤਮਾ ਆਪ ਅੰਗ ਸੰਗ ਸਹਾਈ ਆ, ਜਿਵੇਂ ਕਹਿੰਦੇ ਆ ਹਨਾ। ਸੋ ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ। ਗੱਲਾਂ ਹੋਰ ਵੀ ਕੁਝ ਕਰਨੀਆਂ ਸੀ ਪਰ ਹੁਣ ਆਪਾਂ ਕੱਲ ਕਰਾਂਗੇ ਕਿਉਂਕਿ ਰਾਤ ਬਹੁਤ ਹੋ ਗਈ ਆ ਤੇ ਸਾਰੇ ਅਸੀਂ ਇੱਥੇ ਇਕੱਠੇ ਖੜੇ ਆ ਤੇ ਹੁਣ ਸੌਣ ਦਾ ਵੀ ਟਾਈਮ ਹੋ ਗਿਆ ਇਹਨਾਂ ਦਾ। ਮੇਰਾ ਤਾਂ ਰਾਤ ਨੂੰ ਪਹਿਰਾ ਹੀ ਹੁੰਦਾ, ਸਵੇਰੇ ਹੀ ਸੌਂਦਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਬਹੁਤ ਸਾਰਾ ਸਤਿਕਾਰ ਤੇ ਪਿਆਰ। ਸਤਿ ਸ਼੍ਰੀ ਅਕਾਲ ਜੀ। ਦੱਸਦੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਨੇ। ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬੀ ਕਲਾਕਾਰ ਭਾਈਚਾਰਾ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਿਹਾ ਹੈ ਤੇ ਇਸ ਸੰਘਰਸ਼ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿਨੋਂ ਦਿਨ ਤੇਜ਼ ਕੀਤਾ ਜਾ ਰਿਹਾ ਹੈ।
ਤਾਂ ਜੋ ਮੋਦੀ ਸਰਕਾਰ ਤੇ ਦਬਾਅ ਬਣਾ ਕੇ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕਣ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।